Today I'm going to teach you IELTS writing task 2. In this video I'm going to cover one more type. If you want to learn how can we write writing task 2 with the effective way, please watch this video till the end. Firstly, look at the statement. These days more fathers stay at home and take care of their children while mothers go out to work. What could be reason for this? Is it a positive or negative development? ਫਸਟਲੀ ਕੀ ਇੱਕ ਡਾਇਰੈਕਟ ਸਟੇਟਮੈਂਟ ਹੈ ਜਿਹਦੇ ਵਿੱਚ ਆਪਾਂ ਨੂੰ ਇਹਨਾਂ ਨੇ ਪੁੱਛਿਆ ਵੀ ਕੋਈ ਇਹ ਪੋਜ਼ਿਟਿਵ ਆ ਜਾਂ ਨੈਗੇਟਿਵ ਡਿਵੈਲਪਮੈਂਟ ਹੈ ਤੇ ਇਹਦੇ ਕੀ ਰੀਜ਼ਨ ਆ। ਆਪਾਂ ਫਸਟਲੀ ਅੰਡਰਸਟੈਂਡ ਕਰਾਂਗੇ ਸਟੇਟਮੈਂਟ ਨੂੰ। ਇਹ ਕਹਿੰਦੇ ਕਿ ਅੱਜ ਕੱਲ੍ਹ ਥੀਸ ਡੇਜ਼ ਮੀਨਸ ਅੱਜ ਕੱਲ੍ਹ ਜਿਹੜੇ ਬਹੁਤ ਸਾਰੇ ਫਾਦਰਸ ਆ ਉਹ ਘਰ ਰਹਿੰਦੇ ਆ, ਘਰ ਰਹਿਣਾ ਪਸੰਦ ਕਰਦੇ ਆ, ਆਪਣੇ ਬੱਚਿਆਂ ਦੀ ਕੇਅਰ ਕਰਨਾ, ਤੇ ਜਿਹੜੀ ਕਿ ਮਦਰਸ ਆ ਉਹ ਬਾਹਰ ਕੰਮ ਕਰਦੀਆਂ। ਇਹਦਾ ਕੀ ਰੀਜ਼ਨ ਆ? ਮੀਨਸ ਫਾਦਰ ਕਿਉਂ ਘਰ ਰਹਿੰਦੇ ਆ ਆਪਣੇ ਬੱਚਿਆਂ ਦੀ ਕੇਅਰ ਕਰਨ ਲਈ, ਤੇ ਮਦਰਸ ਕਿਉਂ ਵਰਕਾਹੋਲਿਕ ਹੋ ਰਹੀਆਂ ਵਾ, ਇਹਦਾ ਕੀ ਰੀਜ਼ਨ ਆ, ਤੇ ਇਹ ਪੋਜ਼ਿਟਿਵ ਆ ਜਾਂ ਨੈਗੇਟਿਵ ਡਿਵੈਲਪਮੈਂਟ ਆ। ਇਹਦੇ ਫਸਟ ਬੀਪੀ ਦੇ ਵਿੱਚ ਆਪਾਂ ਲਿਖਾਂਗੇ ਕਿ ਇਹ ਕੀ ਰੀਜ਼ਨ ਆ ਵੀ ਜਿਹੜੇ ਫਾਦਰਸ ਅੱਜ ਕੱਲ੍ਹ ਘਰ ਰਹਿੰਦੇ ਆ, ਮਦਰਸ ਜਿਹੜੀਆਂ ਵਰਕਾਹੋਲਿਕ ਆ, ਤੇ ਪੋਜ਼ਿਟਿਵ ਡਿਵੈਲਪਮੈਂਟ ਆ ਜਾਂ ਨੈਗੇਟਿਵ ਆ। ਇਹ ਆਪਾਂ ਸੈਕਿੰਡ 'ਚ ਲਿਖਾਂਗੇ। ਇਸ ਟਾਈਪ ਦੇ ਵਿੱਚ ਟੋਟਲ 4 ਪੈਰਾਗ੍ਰਾਫਸ ਹੁੰਦੇ ਆ। ਇੰਟਰੋ, ਕਨਕਲੂਜਨ। ਫਸਟ ਵਿੱਚ ਆਪਾਂ ਆਪਣਾ ਰੀਜ਼ਨ ਮੈਂਸ਼ਨ ਕਰਾਂਗੇ ਵੀ ਕਿਉਂ ਜਿਹੜੇ ਫਾਦਰਸ ਘਰ ਰਹਿੰਦੇ ਤੇ ਮਦਰਸ ਬਾਹਰ ਕੰਮ ਕਰਦੀਆਂ ਵਾ। ਨੈਕਸਟ 'ਚ ਆਪਾਂ ਲਿਖਾਂਗੇ ਕਿ ਇਹ ਪੋਜ਼ਿਟਿਵ ਡਿਵੈਲਪਮੈਂਟ ਆ ਜਾਂ ਨੈਗੇਟਿਵ ਆ। ਫਸਟਲੀ ਇੰਟਰੋਡਕਸ਼ਨ ਲਿਖਣੀ ਹੁੰਦੀ ਆਪਾਂ। ਜਦੋਂ ਵੀ ਸਟੇਟਮੈਂਟ 'ਚ ਆਪਣੀ ਥੀਸ ਡੇਜ਼ ਹੋਵੇ, ਆਪਾਂ ਆਪਣੇ ਟੌਪਿਕ ਦੇ ਵਿੱਚ ਕਿਤੇ ਨਾ ਕਿਤੇ ਕੰਪੈਰੀਜ਼ਨ ਕਰਨਾ ਹੁੰਦਾ ਪਾਸਟ ਨਾਲ। ਮੀਨਸ ਜੋ ਵੀ ਆਪਾਂ ਪੁਆਇੰਟ ਮੈਂਸ਼ਨ ਕਰਦੇ ਆ, ਐਕਸਪਲੇਨੇਸ਼ਨ ਕਰਦੇ ਆ, ਉਹਦਾ ਕੰਪੈਰੀਜ਼ਨ ਪਾਸਟ ਨਾਲ ਕਰਨਾ ਹੁੰਦਾ ਜਦੋਂ ਸਪੈਸ਼ਲੀ ਥੀਸ ਡੇਜ਼ ਆਪਣੀ ਸਟੇਟਮੈਂਟ 'ਚ ਦਿੱਤਾ ਜਾਂ ਨਾਓ ਡੇਜ਼ ਦਿੱਤਾ ਵਾ। ਅਦਰਵਾਈਜ਼ ਕਿ ਆਪਣਾ ਟਾਸਕ ਅਚੀਵਮੈਂਟ ਪ੍ਰੋਪਰ ਨਹੀਂ ਆਉਂਦੀ, ਜਿਹਦੇ ਨਾਲ ਮੋਸਟ ਆਫ ਦਾ ਸਟੂਡੈਂਟਸ 5.5 ਬੈਂਡ ਰਹਿੰਦੇ ਆ। ਫਸਟਲੀ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ। ਇੰਟਰੋਡਕਸ਼ਨ 'ਚ ਕੀ ਹੁੰਦਾ ਵਾ, ਆਪਣੀ ਜੋ ਵੀ ਸਟੇਟਮੈਂਟ ਗਿਵਨ ਆ ਉਹਨੂੰ ਰੀਫਰੇਜ਼ ਕਰਨਾ ਹੁੰਦਾ ਵਾ, ਤੇ ਆਪਾਂ ਆਪਣਾ ਥੀਸਿਸ ਦੇਣਾ ਹੁੰਦਾ। ਥੀਸਿਸ ਕੀ ਹੁੰਦਾ ਵਾ ਵੀ ਜੋ ਆਪਣੀ ਟਾਈਪ ਦਿੱਤੀ ਆ ਉਹਦੇ ਅਕੋਰਡਿੰਗ ਆਪਾਂ ਥੀਸਿਸ ਦੇਣਾ ਹੁੰਦਾ ਵਾ। ਫਸਟਲੀ ਆਪਾਂ ਇੱਥੇ ਕਨੈਕਟਰ ਯੂਜ਼ ਕੀਤਾ। ਇਟਸ ਅ ਵੈਲ ਨੋਨ ਫੈਕਟ ਵੀ ਇਹ ਵੈਲ ਨੋਨ ਫੈਕਟ ਆ, ਸਾਰਿਆਂ ਨੂੰ ਪਤਾ ਹੀ ਇਹਦਾ ਮਤਲਬ ਇਹ ਹੁੰਦਾ, ਜਿਵੇਂ ਆਪਾਂ ਲਿਖਦੇ ਅਨਡਾਊਟਲੀ ਉਹਦੀ ਜਗ੍ਹਾ ਲਿਖ ਸਕਦੇ ਆ। ਇਨ ਦਿਸ ਹਾਈ ਪੇਸਡ ਅਪਰੋਚ ਵੂਮਨ ਆਰ ਬਿਕਮਿੰਗ ਬ੍ਰੈਡ ਵਿਨਰ to considerable extent in comparison with long gone days, and nourishing the children is prevalent among men by living at homes. ਇੱਥੇ ਆਪਾਂ ਰੀਫਰੇਜ਼ ਕਰਤਾ ਆਪਣੀ ਸਟੇਟਮੈਂਟ ਨੂੰ ਕਨੈਕਟਰ ਲਾ ਕੇ। ਇਟਸ ਅ ਵੈਲ ਨੋਨ ਫੈਕਟ ਇਨ ਦਿਸ ਹਾਈ ਪੇਸਡ ਅਪਰੋਚ। ਇਹਦਾ ਮਤਲਬ ਕੀ ਹੈ ਵੀ ਇਹ ਸਾਰਿਆਂ ਨੂੰ ਪਤਾ ਹੀ ਆ ਕਿ ਇਸ ਅੱਜ ਕੱਲ੍ਹ ਦੇ ਟਾਈਮ 'ਚ ਹਾਈ ਪੇਸਡ ਅਪਰੋਚ ਦਾ ਮਤਲਬ ਹੁੰਦਾ ਇਨ ਦਿਸ ਕਰੰਟ ਸਿਨੈਰੀਓ ਮੀਨਸ ਪ੍ਰੈਜ਼ੈਂਟ ਟਾਈਮ ਜਿਹੜੀਆਂ ਵੂਮੈਨ ਆ ਉਹ ਬ੍ਰੈਡ ਵਿਨਰ ਬਣ ਰਹੀਆਂ। ਬ੍ਰੈਡ ਵਿਨਰ ਹੁੰਦਾ ਬਾਹਰ ਕੰਮ ਕਰਨ ਵਾਲੀਆਂ। ਕਾਫੀ ਹੱਦ ਹੈ ਟੂ ਕੰਸੀਡਰੇਬਲ ਐਕਸਟੈਂਡ ਇਨ ਕੰਪੈਰੀਜ਼ਨ ਵਿਦ ਲੌਂਗ ਗੋਨ ਡੇਜ਼। ਇੱਥੇ ਆਪਾਂ ਕੰਪੈਰੀਜ਼ਨ ਕਰਤਾ ਪਾਸਟ ਨਾਲ ਵੀ ਲੌਂਗ ਗੋਨ ਡੇਜ਼ ਦਾ ਮਤਲਬ ਹੁੰਦਾ ਪਾਸਟ ਦੇ ਦਿਨਾਂ ਦੇ ਕੰਪੈਰੀਜ਼ਨ। ਆਪਾਂ ਕਹਿਤਾ ਜਿਹੜੀਆਂ ਵੂਮੈਨਸ ਆ ਅੱਜ ਕੱਲ੍ਹ ਉਹ ਬ੍ਰੈਡ ਵਿਨਰ ਬਣ ਰਹੀਆਂ। ਬ੍ਰੈਡ ਵਿਨਰ ਮੀਨਸ ਬਾਹਰ ਕੰਮ ਕਰਨ ਵਾਲੀਆਂ ਬਣ ਰਹੀਆਂ। ਐਂਡ ਨਰਿਸ਼ਿੰਗ ਦਾ ਚਿਲਡਰਨ, ਤੇ ਜਿਹੜਾ ਨਰਿਸ਼ਿੰਗ ਕਰਨਾ ਮੀਨਸ ਨਰਿਸ਼ਿੰਗ ਦਾ ਮਤਲਬ ਹੁੰਦਾ ਟੇਕ ਕੇਅਰ। ਚਿਲਡਰਨਸ ਜਿਹੜੀ ਟੇਕ ਕੇਅਰ ਕਰਨਾ ਵਾ ਇਹ ਪ੍ਰੈਵਲੈਂਟ ਆ ਮੀਨਸ ਆਮ ਆ ਮੈਨ ਦੇ ਵਿੱਚ ਬਾਈ ਲਿਵਿੰਗ ਐਟ ਹੋਮਸ ਘਰਾਂ ਵਿੱਚ ਰਹਿ ਕੇ। ਫਿਰ ਆਪਾਂ ਇੱਥੇ ਥੀਸਿਸ ਦਿੱਤਾ। ਇਨ ਫੈਕਟ ਨੈਕਸਟ ਆਪਣਾ ਕਨੈਕਟਰ ਯੂਜ਼ ਕਰਕੇ ਦੇयर ਆਰ ਸੈਵਰਲ ਕੰਟੀਸ਼ੀਅਸ ਫੈਕਟਰ ਬਿਹਾਈਂਡ ਇਟ ਐਂਡ ਦਿਸ ਟ੍ਰੈਂਡ ਇਜ਼ ਕੰਸਟਰਕਟਿਵ ਐਡਵਾਂਸਮੈਂਟ ਵਿਚ ਵੁੱਡ ਬੀ ਡਿਕੋਡਡ ਇਨ ਅਪਕਮਿੰਗ ਫਰੈਗਮੈਂਟਸ ਵਿਦ ਐਕਸਪਲੇਨੇਸ਼ਨ। ਆਪਾਂ ਕਹਤਾ ਕਿ ਦੇयर ਆਰ ਸੈਵਰਲ ਕੰਟੀਸ਼ੀਅਸ ਫੈਕਟਰ ਮੀਨਸ ਇਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਆ। ਕੰਟੀਸ਼ੀਅਸ ਫੈਕਟਰਸ ਹੁੰਦੇ ਰੀਜ਼ਨ, ਬਿਹਾਈਂਡ ਇਟ ਮੀਨਸ ਜਿਹੜੀ ਸਟੇਟਮੈਂਟ ਆ ਉਹਦੇ ਪਿੱਛੇ। ਐਂਡ ਦਿਸ ਟ੍ਰੈਂਡ ਜਿਹੜਾ ਇਹ ਟ੍ਰੈਂਡ ਹੈ ਕੰਸਟਰਕਟਿਵ ਐਡਵਾਂਸਮੈਂਟ ਆ। ਕੰਸਟਰਕਟਿਵ ਦਾ ਮਤਲਬ ਪੋਜ਼ਿਟਿਵ। ਆਪਾਂ ਕੀ ਆ ਇੱਥੋਂ ਕਲੀਅਰ ਹੋ ਜਾਂਦਾ ਵਾ ਕਿ ਆਪਾਂ ਜਿਹੜੀ ਐਡਵਾਂਸਮੈਂਟ ਨੂੰ ਕੀ ਕੰਸੀਡਰ ਕਰਦੇ, ਕੰਸਟਰਕਟਿਵ ਕਰਦੇ ਮੀਨਸ ਪੋਜ਼ਿਟਿਵ ਕਰਦੇ ਜਾਂ ਨੈਗੇਟਿਵ। ਕੰਸਟਰਕਟਿਵ ਹੁੰਦਾ ਪੋਜ਼ਿਟਿਵ। ਆਪਾਂ ਕਹਿੰਦੇ ਕਿ ਕੰਸਟਰਕਟਿਵ ਐਡਵਾਂਸਮੈਂਟ ਆ ਜਿਹੜੀ ਅਸੀਂ ਅੱਗੇ ਮੈਂਸ਼ਨ ਕਰਾਂਗੇ ਐਕਸਪਲੇਨੇਸ਼ਨ ਆ। ਇਹ ਪੈਸਿਵ ਫਾਰਮ ਆ ਵੁੱਡ ਬੀ ਡਿਕੋਡਡ, ਇਸ ਕਰਕੇ ਇੱਥੇ ਈਡੀ ਆਈ ਆ ਮੀਨਸ ਡਿਕੋਡ ਇਹਦੀ ਫਸਟ ਫਾਰਮ ਜਿਹਦਾ ਮੀਨਸ ਹੁੰਦਾ ਡਿਸਕ੍ਰਾਈਬ। ਹੁਣ ਆਪਾਂ ਫਸਟ ਬੀਪੀ ਵੱਲ ਮੂਵ ਕਰਦੇ ਹਾਂ। ਫਸਟਲੀ ਆਪਾਂ ਜੈਰੈਂਡ ਤੋਂ ਸਟਾਰਟ ਕੀਤਾ ਮੀਨਸ ਆਈਐਨਜੀ ਫਾਰਮ ਤੋਂ। ਕਮੈਂਸਿੰਗ ਵਿਦ ਵਾਈ ਫਾਦਰਸ ਆਰ ਗਿਵਿੰਗ ਪ੍ਰੈਫਰੈਂਸ ਟੂ ਸਟੇ ਐਟ ਹੋਮਸ ਨਾਓ ਡੇਜ਼। ਆਪਾਂ ਕਹਿੰਦਾ ਕਿਉਂ ਜਿਹੜੇ ਫਾਦਰਸ ਆ ਇਹ ਪ੍ਰੈਫਰੈਂਸ ਦਿੰਦੇ ਆ ਘਰਾਂ ਵਿੱਚ ਰਹਿਣ ਦੀ ਅੱਜ ਕੱਲ੍ਹ। ਇੱਥੇ ਆਪਣਾ ਮੇਨ ਪੁਆਇੰਟ ਸਟਾਰਟ ਹੋ ਗਿਆ। ਬੀਪੀ 1 ਜਾਂ ਬੀਪੀ 2 ਇਹਦੇ ਵਿੱਚ ਕੀ ਕਰਨਾ ਹੁੰਦਾ, ਆਪਣੇ ਕੋਲ ਟੋਟਲ 4 ਚੀਜ਼ਾਂ ਆਪਾਂ ਮੈਂਸ਼ਨ ਕਰਨੀਆਂ ਹੁੰਦੀਆਂ। ਪੁਆਇੰਟ ਆਪਣਾ ਮੇਨ, ਉਹਦੀ ਐਕਸਪਲੇਨੇਸ਼ਨ, ਐਗਜ਼ਾਮਪਲ ਤੇ ਰਿਜ਼ਲਟ। ਇਹਦੇ ਵਿੱਚ ਮੈਂ 2 ਪੁਆਇੰਟ ਮੈਂਸ਼ਨ ਕੀਤੇ ਆ, ਰੀਜ਼ਨ 2 ਦਿੱਤੇ ਆ। ਜੇ ਤੁਸੀਂ ਇੱਕ ਰੀਜ਼ਨ ਦੇਣਾ ਤੁਸੀਂ ਇੱਕ ਵੀ ਦੇ ਸਕਦੇ ਮੀਨਸ ਇੱਕ ਰੀਜ਼ਨ ਦੇ ਕੇ ਐਕਸਪਲੇਨੇਸ਼ਨ ਉਹਦੀ ਦੇਤੀ, ਉਹਦੇ ਨਾਲ ਰੈਲੇਵੈਂਟ ਐਗਜ਼ਾਮਪਲ ਦੇਤੀ ਤੇ ਉਹਦਾ ਰਿਜ਼ਲਟ ਲਿਖਤਾ। ਜੇ 2 ਦੇਣੇ ਤਾਂ 2 ਵੀ ਦੇ ਸਕਦੇ ਆ। ਆਪਾਂ ਕਹਤਾ ਕਿਉਂ ਜਿਹੜੇ ਫਾਦਰਸ ਆ
ਇਹ ਪ੍ਰੈਫਰੈਂਸ ਦਿੰਦੇ ਆ ਘਰ ਰਹਿਣ ਦੀ ਅੱਜ ਕੱਲ੍ਹ। ਦ ਡੋਮੀਨੈਂਟ ਕਾਜ਼ਜ਼, ਇੱਥੋਂ ਪਤਾ ਲੱਗ ਗਿਆ ਵੀ ਆਪਾਂ ਆਪਣਾ ਪਹਿਲਾ ਰੀਜ਼ਨ ਲਿਖਣ ਜਾ ਰਹੇ ਹਾਂ, is proliferation in level of edification. By dint of this, employment opportunities are equivalent in almost entire departments. ਪਹਿਲਾਂ ਆਪਾਂ ਇੱਥੋਂ ਤੱਕ ਦੇ ਦਿਆਂ। ਆਪਾਂ ਕਹਿੰਦਾ ਵੀ ਜਿਹੜਾ ਡੋਮੀਨੈਂਟ ਕੋਜ਼ ਆ, ਡੋਮੀਨੈਂਟ ਕਾਜ਼ ਆ ਮਤਲਬ ਮੇਨ ਕਾਜ਼, ਮੇਨ ਕਾਰਨ ਕੀ ਆ, ਪ੍ਰੋਲੀਫਰੇਸ਼ਨ ਇਨ ਦਾ ਐਡੀਫਿਕੇਸ਼ਨ। ਪ੍ਰੋਲੀਫਰੇਸ਼ਨ ਦਾ ਮਤਲਬ ਵਾਧਾ। ਐਜੂਕੇਸ਼ਨ, ਐਜੂਕੇਸ਼ਨ ਨੂੰ ਆਪਾਂ ਲਿਖਤਾ ਐਡੀਫਿਕੇਸ਼ਨ, ਵੀ ਜਿਹੜਾ ਐਡੀਫਿਕੇਸ਼ਨ ਆ ਮੀਨਸ ਐਜੂਕੇਸ਼ਨ ਦਾ ਵਾਧਾ ਵਾ, ਬਾਈ ਡੈਂਟ ਵਾਧਾ ਵਾ। ਮੇਨ ਕਾਰਨ ਆਪਾਂ ਦੱਸਤਾ ਵੀ ਜਿਹੜਾ ਮੇਨ ਕਾਰਨ ਕੀ ਆ ਵੂਮੈਨਸ ਦਾ ਬਾਹਰ ਕੰਮ ਕਰਨ ਦਾ, ਪ੍ਰੋਲੀਫਰੇਸ਼ਨ ਆਫ ਐਡੀਫਿਕੇਸ਼ਨ। ਪ੍ਰੋਲੀਫਰੇਸ਼ਨ ਮੈਂ ਤੁਹਾਨੂੰ ਦੱਸਿਆ ਕਿ ਵਾਧਾ ਹੁੰਦਾ ਵਾ, ਵੀ ਐਜੂਕੇਸ਼ਨ ਜਿਹੜਾ ਵਾ ਵਾਧਾ ਬਹੁਤ ਜ਼ਿਆਦਾ ਹੋ ਰਿਹਾ ਅੱਜ ਕੱਲ੍ਹ। ਬਾਈ ਡੈਂਟ ਆਫ ਦਿਸ, ਬਾਈ ਡੈਂਟ ਆਫ ਦਿਸ ਦਾ ਮੀਨਸ ਦਾ ਡਿਊ ਟੂ ਦਿਸ, ਉਹਦੀ ਜਗ੍ਹਾ ਆਪਾਂ ਬਾਈ ਡੈਂਟ ਆਫ ਦਿਸ ਯੂਜ਼ ਕਰ ਸਕਦੇ ਹਾਂ। ਆਪਾਂ ਕਹਿੰਦੇ ਜਿਹਦੇ ਕਰਕੇ ਇੰਪਲੋਇਮੈਂਟ ਓਪਰਚੁਨਿਟੀਜ਼ ਆ ਉਹ ਇਕੁਅਲੈਂਟ ਹੈ। ਇਕੁਅਲੈਂਟ ਮੀਨਸ ਕੀ ਹੈ, ਇਕੁਅਲ ਆ ਇਨ ਆਲਮੋਸਟ ਇੰਟਾਇਰ ਡਿਪਾਰਟਮੈਂਟ, ਸਾਰੇ ਡਿਪਾਰਟਮੈਂਟਸ ਦੇ ਵਿੱਚ। ਨੇਮਲੀ ਫਿਰ ਪਾ ਕੇ ਆਪਾਂ 2-3 ਡਿਪਾਰਟਮੈਂਟਸ ਦਾ ਨਾਮ ਪਤਾ, ਬੈਂਕਿੰਗ, ਟੀਚਿੰਗ ਐਂਡ ਮੈਨੀ ਮੋਰ ਫॉर ਬੋਥ ਜੈਂਡਰਸ। ਆਪਾਂ ਕਹਿੰਦੇ ਦੋਨੇ ਜੈਂਡਰਸ ਦੇ ਲਈ ਇਹ ਜਿਹੜੀਆਂ ਓਪਰਚੁਨਿਟੀਜ਼ ਆ ਇਹ ਇਕੁਅਲ ਆ। ਦ ਮੇਨ ਇਹਦਾ ਰੀਜ਼ਨ ਕੀ ਆ, ਪ੍ਰੋਲੀਫਰੇਸ਼ਨ ਐਡੀਫਿਕੇਸ਼ਨ ਮੀਨਸ ਕੀ ਆ, ਵਾਧਾ ਵਾ ਪੜ੍ਹਾਈ ਦੇ ਵਿੱਚ। ਡਿਊ ਟੂ ਦਿਸ they are able to maintain adjustment not merely in domestic expense but also accomplishment of household chores। ਪਹਿਲਾਂ ਆਪਣਾ ਰੀਜ਼ਨ ਤੇ ਐਕਸਪਲੇਨੇਸ਼ਨ ਜਿਹੜੀ ਕੰਪਲੀਟ ਹੋ ਜਾਂਦੀ ਇੱਥੇ। ਆਪਾਂ ਕਹਿੰਦਾ ਵੀ ਇਹ ਜਿਹਦੇ ਕਰਕੇ ਕੀ ਆ, ਉਹ ਇਕੱਲੇ ਮੇਨਟੇਨ ਐਡਜਸਟਮੈਂਟ ਨਹੀਂ ਕਰ ਸਕਦੇ, ਮੇਨਟੇਨ ਘਰ ਦੇ ਕੰਮਾਂ ਵਿੱਚ ਬਲਕਿ ਖਰਚਿਆਂ ਦੇ ਵਿੱਚ ਵੀ ਕਰ ਸਕਦੇ ਆ। ਮਤਲਬ ਕੀ ਆ, ਜੇ ਹੈ ਨਾ ਲੇਡੀਜ਼ ਐਂਡ ਜੇ ਇੱਕ ਲੇਡੀਜ਼ ਮੀਨਸ ਇੱਕ ਹਸਬੈਂਡ ਇੱਕ ਵਾਈਫ ਦੋਨੇ ਕੰਮ ਕਰਦੇ ਕਿ ਐਡਜਸਟਮੈਂਟ ਕਰ ਲੈਣਗੇ। ਐਡਜਸਟਮੈਂਟ ਕਿਵੇਂ ਕਰਨਗੇ, ਜਦੋਂ ਮੰਨ ਲਓ ਇੱਕ ਵਾਈਫ ਅਰਨ ਕਰਦੀ ਹੈ ਅਤੇ ਉਹਦੇ ਨਾਲ ਕੀ ਐਡਜਸਟਮੈਂਟ, ਉਹ ਆਪਣੇ ਘਰ ਦੇ ਖਰਚੇ ਨੂੰ ਡਿਸਟਰੀਬਿਊਟ ਕਰ ਲੈਣਗੇ। ਅਤੇ ਜੇ ਉਹ ਹਾਊਸ ਹੋਲਡ ਕੰਮ ਵੀ ਕਰਦੇ ਆ ਅਤੇ ਉਹ ਆਪਣੇ ਕੰਮਾਂ ਨੂੰ ਵੀ ਸ਼ੇਅਰ ਕਰ ਲੈਣਗੇ, ਜਿਹਦੇ ਨਾਲ ਕੀ ਹੋਊਗੀ, ਉਹਨਾਂ ਦੀ ਐਡਜਸਟਮੈਂਟ ਹੋ ਜੂਗੀ ਦੋਨਾਂ ਦੀ। ਇਹ 'ਚ ਆਪਾਂ ਫਸਟ ਪੁਆਇੰਟ ਕੀ ਮੈਂਸ਼ਨ ਕੀਤਾ ਵਾ, ਵੀ ਸਭ ਤੋਂ ਪਹਿਲਾ ਕਾਰਨ ਕੀ ਆ, ਐਜੂਕੇਸ਼ਨ ਦੇ ਵਿੱਚ ਵਾਧਾ ਵਾ, ਜਿਹਦੇ ਕਰਕੇ ਕੀ ਆ ਇੰਪਲੋਇਮੈਂਟ ਓਪਰਚੁਨਿਟੀਜ਼ ਦੋਨਾਂ ਦੇ ਲਈ ਬਰਾਬਰ ਆ। ਫਿਰ ਆਪਾਂ 2-3 ਡਿਪਾਰਟਮੈਂਟਸ ਦੇ ਨਾਮ ਪਾਤੇ, ਬੈਂਕਿੰਗ, ਟੀਚਿੰਗ ਐਂਡ ਮੈਨੀ ਮੋਰ। ਫਿਰ ਆਪਾਂ ਕਹਿਤਾ ਵੀ ਜਿਹਦੇ ਕਰਕੇ ਅੱਜ ਕੱਲ੍ਹ ਇਹਦੇ ਨਾਲ ਕੀ ਆ, ਉਹ ਇਕੱਲਾ ਐਡਜਸਟਮੈਂਟ ਹੀ ਨਹੀਂ ਕਰ ਸਕਦੇਗੇ ਆਪਣੇ ਡੋਮੈਸਟਿਕ ਐਕਸਪੈਂਸ ਦੇ ਵਿੱਚ। ਡੋਮੈਸਟਿਕ ਐਕਸਪੈਂਸ ਹੁੰਦਾ ਵਾ ਘਰ ਦੇ ਖਰਚੇ, ਬਟ ਆਲਸੋ ਅਕੰਪਲਿਸ਼ਮੈਂਟ ਆਫ ਹਾਊਸ ਹੋਲਡ ਚੋਰਸ ਮੀਨਸ ਘਰ ਦੇ ਕੰਮਾਂ 'ਚ ਵੀ ਕਰ ਸਕਦੇ, ਹਾਊਸ ਹੋਲਡ ਚੋਰਸ ਹੁੰਦੇ ਘਰ ਦੇ ਕੰਮ। ਫਿਰ ਨੈਕਸਟ ਪੁਆਇੰਟ ਆਪਾਂ ਦੇਣ ਦੇ ਲਈ ਕਨੈਕਟਰ ਯੂਜ਼ ਕੀਤਾ, ਬਿਸਾਈਡਸ ਦਿਸ progression in technology is also liable in order to encourage males to stay at home। ਆਪਾਂ ਕਹਤਾ ਜਿਹੜਾ ਵਾਧਾ ਵਾ, ਪ੍ਰੋਗਰੈਸ਼ਨ ਦਾ ਮੀਨਿੰਗ ਵੀ ਵਾਧਾ ਹੀ ਹੁੰਦਾ ਵਾ, ਮੀਨਸ ਜੇ ਤਰੱਕੀ ਕਹਿ ਲਓ, ਵੀ ਟੈਕਨੋਲੋਜੀ ਦੇ ਵਿੱਚ ਜਿਹੜਾ ਵਾਧਾ ਜਾਂ ਵੱਧ ਰਹੀ ਟੈਕਨੋਲੋਜੀ ਇਹ ਵੀ ਜ਼ਿੰਮੇਵਾਰ ਆ ਐਨਕਰੇਜ ਮੀਨਸ ਮੋਟੀਵੇਟ ਕਰਨ ਦੇ ਲਈ ਮੇਲਸ ਨੂੰ ਘਰ ਵਿੱਚ ਰਹਿਣ ਦੇ ਲਈ। ਕਿਉਂਕਿ ਨੰਬਰ ਆਫ ਸੋਰਸ ਆਪਾਂ ਲਿਖਦਾ ਹੈ ਬਿਕੋਜ਼ ਨੰਬਰ ਆਫ ਜਿਹੜੇ ਸੋਰਸ ਆ ਆਰ ਅਵੇਲੇਬਲ ਫਰੋਮ ਵੇਅਰ ਵੇਰੀਅਸ ਕੋਰਸਿਸ ਕੈਨ ਬੀ ਲਰਨਡ ਬਾਈ ਮੈਨ। ਆਪਾਂ ਕਹਿੰਦਾ ਵੀ ਬਹੁਤ ਸਾਰੇ ਸੋਰਸਿਸ ਅੱਜ ਕੱਲ੍ਹ ਅਵੇਲੇਬਲ ਆ ਜਿਹਦੇ ਨਾਲ ਕੀ ਆ ਮੈਨ ਅਲੱਗ-ਅਲੱਗ ਕੋਰਸ ਸਿੱਖ ਸਕਦੇ ਆ। ਜਿਵੇਂ ਮੰਨ ਲਓ ਕਿਵੇਂ ਬੱਚੇ ਨੂੰ ਨਰਿਸ਼ ਕਰਨਾ ਵਾ, ਇਹ ਮੈਨ ਪ੍ਰੋਪਰਲੀ ਸਿੱਖ ਸਕਦੇ ਆ ਥਰੂ ਟੈਕਨੋਲੋਜੀ। ਨਾਲ ਹੀ ਆਪਾਂ ਕਹਿੰਦਾ ਐਜ਼ ਵੈਲ ਐਜ਼ ਇਟ ਇਜ਼ ਆਲਸੋ ਐਕਨੋਲੇਜਡ। ਆਪਾਂ ਕਹਿੰਦਾ ਵੀ ਨਾਲ ਨਾਲ ਇਹ ਵੀ ਮੰਨਿਆ ਜਾਂਦਾ, ਐਕਨੋਲੇਜ ਹੁੰਦਾ ਵਾ ਕੰਸੀਡਰ, ਜਿਹਨੂੰ ਆਪਾਂ ਕਹਿੰਦੇ ਹਾਂ ਬਲੀਵਡ। ਇਹ ਪੈਸਿਵ ਫਾਰਮ ਹੈ, ਇਸ ਲਈ ਆਪਾਂ ਐਕਨੋਲੇਜਡ ਥਰਡ ਫਾਰਮ ਯੂਜ਼ ਕੀਤੀ, ਅਦਰਵਾਈਜ਼ ਇਹਦੀ ਫਸਟ ਫਾਰਮ ਐਕਨੋਲੋਜੀ ਆ। ਮਦਰਸ ਹੈਵ ਹਾਇਰ ਕੁਆਲੀਫਿਕੇਸ਼ਨ ਇਨ ਕੰਟਰਾਸਟ ਫਾਦਰਸ ਬਾਈ ਵਰਚੂ ਆਫ। ਆਪਾਂ ਕਹਿੰਦਾ ਵੀ ਇਹ ਵੀ ਮੰਨਿਆ ਜਾਂਦਾ ਵੀ ਜਿਹੜੀਆਂ ਮਦਰਸ ਆ ਉਹਨਾਂ ਦੀ ਕੁਆਲੀਫਿਕੇਸ਼ਨ ਅੱਜ ਕੱਲ੍ਹ ਹਾਇਰ ਆ। ਆਪਾਂ ਦੇਖਦੇ ਹਾਂ ਕਿ ਜਿਹੜੀਆਂ ਗਰਲਸ ਆ ਜਾਂ ਲੇਡੀਜ਼ ਆ ਉਹ ਜ਼ਿਆਦਾ ਉਹਨਾਂ ਦੀ ਐਜੂਕੇਸ਼ਨ ਹੁੰਦੀ ਹੈ ਐਜ਼ ਕੰਪੇਅਰ ਟੂ ਮੈਨ। ਬਾਈ ਵਰਚੂ ਆਫ ਦਿਸ ਆਪਾਂ ਲਗਾਇਆ ਸੀ ਇੱਥੇ, ਉਹਦਾ ਮੀਨਸ ਵੀ ਡਿਊ ਟੂ ਹੀ ਹੁੰਦਾ ਵਾ। they are preferred more in different organization as a employee। ਜਿਹਦੇ ਕਰਕੇ ਆਪਾਂ ਕਹਤਾ ਜਿਹੜੀਆਂ ਉਹ ਜ਼ਿਆਦਾ ਉਹਨਾਂ ਨੂੰ ਪ੍ਰੈਫਰ ਕੀਤਾ ਜਾਂਦਾ ਵਾ ਇੱਕ ਐਮਪਲੋਈ ਦੀ ਫਾਰਮ ਦੇ ਵਿੱਚ, ਇੱਕ ਐਮਪਲੋਈ ਦੇ ਰੂਪ ਦੇ ਵਿੱਚ ਆਰਗੇਨਾਈਜੇਸ਼ਨ। ਕਿਉਂਕਿ ਜਿਹੜੀਆਂ ਲੇਡੀਜ਼ ਆ ਉਹਨਾਂ ਦੀ ਐਜੂਕੇਸ਼ਨ ਜ਼ਿਆਦਾ ਆ ਐਜ਼ ਕੰਪੇਅਰ ਟੂ ਮੈਨ ਹਾਇਰ ਆ, ਅਤੇ ਇਹਨਾਂ ਕਰਕੇ ਉਹਨਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਇੱਕ ਐਮਪਲੋਈ ਦੀ ਫਾਰਮ 'ਚ। ਫਿਰ ਆਪਾਂ ਇੱਥੇ ਐਗਜ਼ਾਮਪਲ ਦੇ ਦਿੱਤੀ, ਫॉर इंस्टेंस लगा के a survey has been conducted by Bangladesh government that income rate of women had and their
counting in near about a double than last decade। इत्थे एग्जाम्पल का मतलब ये नहीं होंदा कि आप कोई रियलिटी बेस एग्जाम्पल दी अपनी ऐसे ना रैलेवेंट होनी चाहिए एग्जाम्पल तो इंटरनैशनल लैवल की होनी चाहिए। आप इत्थे कहते भी कि बंगलादेश जो सर्वे किया गया वा जितों ये पता लग्या वा भी जी इनकम रेट है ना वूमेन का वह की आ तो उन्होंने जी इनकम रेट तो उन्होंने जी काउंटिंग आ वो लगभग डबल आ एज कंपेयर टू लास्ट डिकेड। मतलब कि डिकेड की 10 साल का पीरीयड आप कहते भी जो 10 साल के पीरीयड ने जो कंपेयर करिए ना तो जी वूमेनस की काउंटिंग आ वो ज़्यादा आ अजकल के पीरीयड बंगलादेश ने यह सर्वे किया वा। फिर आप इतने रिजल्ट लिता देयर फॉर लगा के देयर फॉर फिर कॉमा लगा के दे आर अर्निंग हायर सैलरी दैन मैन। आप कहते भी इस तरह की आ वो ज़्यादा सैलरी अर्न कर रही वा मैन दे नालों। हुण आप रीजन इतने दो देते भी क्यों अजकल फादर जिहड़े आ घर रहिंदे आ ते मदर्स आ जिहड़ियां ब्रैड विनर्स बन रही वा। हुण आपां अपनी इंट्रो च लिखता सी भी कंस्ट्रक्टिव एडवांसमेंट मीनस कि पॉजिटिव आ तो हुण आपां इस नैक्सट बीपी च यही लिखना सी कि ये पॉजिटिव है या नैगेटिव इसलिए आपां पॉजिटिव वाल मूव करांगे। मूविंग टूवर्ड्स द गेन्स ऑफ दिस फिनोमिना गेन्स का मतलब पॉजिटिव ही होंदा वा। आपां कहता भी असी जिहड़े आ इस फिनोमिना जिहड़ा ये स्टेटमेंट आ जिहड़ा कंसीडर किया जाता भी फादर घर रहिंदे मदर्स काम करदियां असी ये फायदे वाल मूव कर लगे ये पॉजिटिविटी वाल मूव कर लगे आप इतने पहला कनैक्टर यूज किया है। फिर आप लगाई कोहेसिव डिवाइस फर्स्ट एंड फॉरमोस्ट दिस वुड एंड्रोज टू मेक स्ट्रेंथन द बॉन्ड बिटवीन कपल विच वॉज नॉट मच पॉसीबल इन एशियंट पीरियड। इतने आप कंपैरिजन करता पास्ट नाल मैं तुहानूं पहला ही मैंशन किया स्टेटमेंट रीड करके कि जो दीज डेज या नाउ डेज आ जाए अपनी स्टेटमेंट जो आप कंपैरिजन करना ही होंदा वा थोड़ा किते ना किते मीनस आप कंपैरिजन करना ही अपनी ऐसे दे विच ये मैंडेटरी है। आप कहता भी पहला की आ ये पॉजिटिव आप क्यों मानते हैं ये आपां नूं दसने बने कि क्यों ये पॉजिटिव ट्रेंड आ। आप कहता दिस वुड एंड्रोस ये जिहड़ा मदद करता वा मेक स्ट्रेंथन बॉन्ड बिटवीन कपल्स जिहड़े कपल्स आ जी मतलब अपना काम शेयर करते आ दोने है ना उहदे नाल मतलब जे फादर्स की आ घरे रहिंदे ते मदर्स वर्काहॉलिक हुंदियां उहदे नाल की है उन्हां दा बॉन्ड आ जिहड़ा स्ट्रेंथन हुंदा वा किवें हुंदा वा विच वॉज आप कहते नाल ही आप कहता ही गल भी ये पॉसीबल नहीं सी एशियन पीरियड इन अपना पास नाल कंपैरिजन भी हो गया। एशियन पीरियड मतलब पुराने टाइम दे विच एन अकाउंट ऑफ ट्रेडिशनल अजम्पशनस एन अकाउंट ऑफ द मीनस होंदा ड्यू टू आप कहते भी ट्रेडिशनल जिहड़ियां मीनस की पास्ट विच ट्रेडिशनल अजम्पशन सी ट्रेडिशनल कोई गल्लां सी जिहड़ियां आप देखते ही बुक्स वगैरह च पढ़ के कि पास्ट विच मोस्ट ऑफ द मैन नूं प्रायोरिटी दित्ती जांदी सी हर काम दे लई ते आप कहता जिहड़ियां ट्रेडिशनल ये अजम्पशन सी लोकां दियां मन्नणियां सीगियां इहदे करके ये पॉसीबल नहीं सीगा जिहड़ियां लेडीज़ आ बाहर काम करन पर अजकल ये कर रही जिहदे नाल उन्हां दा बॉन्ड है जिहड़ा स्ट्रोंग हुंदा वा। फिर आप कंडीशनल सेंटेंस इत्थे यूज किया अपनी एक्सप्लेनेशन लई वैन बोथ सेक्सेस एक्सचेंज देयर वर्क either domestic chores or undomestic actions they understand arduous work of each other that incline respect towards partners कि ਇਹਦਾ मीनिंग की आ भी ਜਦੋਂ ਦੋਨੇ ਸੈਕਸ ਮੀਨਸ ਦੋਨੇ ਜੈਂਡਰਸ ਦੋਨੇ ਹਸਬੈਂਡ ਵਾਈਫ ਐਕਸਚੇਂਜ ਕਰਦੇ ਮਤਲਬ ਆਪਣੇ ਕੰਮਾਂ ਨੂੰ ਬਦਲਦੇ ਆ ਵਰਕਸ ਨੂੰ ਭਾਵੇਂ ਉਹ ਡੋਮੈਸਟਿਕ ਆ ਆਈਦਰ ਆਪਾਂ ਕਹਿੰਦੇ ਜਾਂ ਇਹ ਡੋਮੈਸਟਿਕ ਕਮਸ ਹੋਣ ਜਾਂ ਅਨਡੋਮੈਸਟਿਕ ਕਮਸ ਹੋਣ तो वो की करते अंडरस्टैंड एरोडिस का मतलब होंदा डिफिकल्ट मीनस हार्डनैस भी वो समझते आप हार्डनैस नूं एक दूजे के कामां दी। मान लो फादर जो घर रह के काम करते आ उन्होंने पता लगता भी घर के काम किवें करने ते जो मदर्स बाहर करते उन्होंने भी पता लगता कि कितनी डिफिकल्टी आ या फादर्स नूं भी पता लगता कितनी डिफिकल्टी आ या कितनी ईजी आ या कितना जो भी अपनी डिफिकल्टी फेस करनी पैंदी आ वो अंडरस्टैंड करते आ एक दूजे के कामां नूं एक्सचेंज करके जिहदे नाल की हुंदा उन्हां च रिस्पैक्ट वधदी आ पार्टनर्स दे विच जदों एक दूजे के कामां नूं अंडरस्टैंड करदे आ हार्डनैस नूं अंडरस्टैंड करदे आ कामां दी। नैक्सट आपां इत्थे पॉइंट देता इहदे विच आपां मैं तुहानूं ऑलरेडी कि भी दो पॉइंट्स मैं मैंशन कीते तुसीं एक भी कर सकदे आ। इन एडिशन टू इस तो इलावा डिस्क्रिमिनेशन बिटवीन हसबैंड एंड वाइफ हैज़ फेडेड अवे सिंस मॉडर्न कम्यूनिटी is accepting alternative duties of couples as well ਇਹਦਾ मीनिंग की आ ਵੀ ਇਸ ਤੋਂ ਇਲਾਵਾ ਆਪਾਂ ਨੈਕਸਟ ਇਥੇ ਕਨੈਕਟਰ ਯੂਜ਼ ਕੀਤਾ ਇਨ ਐਡੀਸ਼ਨ ਟੂ ਨੈਕਸਟ ਪੁਆਇੰਟ ਮੈਂਸ਼ਨ ਕਰਨ ਦੇ ਲਈ ਆਪਾਂ कहता
ਵੀ ਜਿਹੜਾ ਡਿਸਕ੍ਰਿਮੀਨੇਸ਼ਨ ਜਿਹੜਾ ਭੇਦਭਾਵ ਆ ਹਸਬੈਂਡ ਤੇ ਵਾਈਫ ਦੇ ਵਿੱਚ ਇਹ ਵੀ ਖਤਮ ਹੋ ਚੁੱਕਿਆ। ਫੇਡਡ ਅਵੇ ਹੁੰਦਾ ਖਤਮ ਹੋਣਾ। ਇਹ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਯੂਜ਼ ਕਰਦੇ ਲਈ ਆਪਾਂ ਥਰਡ ਫਾਰਮ ਯੂਜ਼ ਕੀਤੀ ਫੇਡਡ ਅਵੇ, ਜਿਹਦੀ ਮੀਨਸ ਫਰੇਜ਼ਲ ਵਰਬ ਆ। ਇਹਦੀ ਜਗ੍ਹਾ ਤੁਸੀਂ ਸਿੰਪਲ ਵਰਬ ਯੂਜ਼ ਕਰ ਸਕਦੇ ਹੋ ਡਿਸਅਪੀਅਰ। ਸਿੰਸ ਕਿਉਂਕਿ, ਸਿੰਸ ਨੂੰ ਆਪਾਂ ਕਿਉਂਕਿ ਦੀ ਫਾਰਮ 'ਚ ਵੀ ਯੂਜ਼ ਕਰ ਸਕਦੇ ਹਾਂ। ਜਿਹੜੀ ਮਾਡਰਨ ਕਮਿਊਨਿਟੀ ਆਪਾਂ ਕਹਿੰਦਾ ਵੀ ਜਿਹੜੀ ਮਾਡਰਨ ਕਮਿਊਨਿਟੀ ਉਹ ਵੀ ਐਕਸੈਪਟ ਕਰ ਰਹੀ ਆ ਐਲਟਰਨੇਟਿਵ ਡਿਊਟੀਜ਼ ਆਫ ਕਪਲਸ ਦੀ। ਮੀਨਸ ਐਜ਼ ਵੈਲ ਦਾ ਮੀਨਿੰਗ ਹੁੰਦਾ ਆਲਸੋ, ਤੇ ਇਹਨੂੰ ਆਪਾਂ ਐਜ਼ ਵੈਲ ਨੂੰ ਐਂਡ ਤੇ ਹੀ ਲਗਾਉਂਦੇ ਹਾਂ। ਆਲਸੋ ਦੀ ਫਾਰਮ ਜੇ ਆਪਾਂ ਆਲਸੋ ਲਗਾਉਣਾ ਆਪਾਂ ਸੈਂਟਰ 'ਚ ਲਗਾਉਂਦੇ ਹਾਂ। ਜੇ ਆਪਾਂ ਆਲਸੋ ਲਗਾਉਣਾ ਹੁੰਦਾ ਫਿਰ ਆਪਾਂ ਕਿਸ ਤਰ੍ਹਾਂ ਲਗਾਉਂਦੇ, ਮਾਡਰਨ ਕਮਿਊਨਿਟੀਜ਼ ਆਲਸੋ ਐਕਸੈਪਟਿੰਗ ਐਲਟਰਨੇਟਿਵ ਡਿਊਟੀਜ਼ ਆਫ ਕਪਲਸ। ਇਹ ਥੋੜਾ ਐਡਵਾਂਸ ਸਟਰਕਚਰ ਮੀਨਸ ਐਡਵਾਂਸ ਮੰਨਿਆ ਜਾਂਦਾ, ਇਸ ਲਈ ਆਪਾਂ ਇਹ ਯੂਜ਼ ਕੀਤਾ ਤਾਂ ਕਿ ਰੈਪੀਟੀਸ਼ਨ ਵੀ ਨਾ ਹੋਵੇ, ਕਿਉਂਕਿ ਆਪਾਂ ਪਹਿਲਾਂ ਵੀ ਆਲਸੋ ਯੂਜ਼ ਕੀਤਾ ਵਾ, ਇਸ ਲਈ ਆਪਾਂ ਇੱਥੇ ਐਜ਼ ਵੈਲ ਯੂਜ਼ ਕਰ ਲਿਆ। ਆਪਾਂ ਕਹਿੰਦਾ ਕਿ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਨਾ ਹਸਬੈਂਡ ਤੇ ਵਾਈਫ ਦੇ ਵਿੱਚ ਇਹ ਵੀ ਖਤਮ ਹੋ ਚੁੱਕਿਆ ਵਾ, ਕਿਉਂਕਿ ਮਾਡਰਨ ਜਿਹੜੀ ਕਮਿਊਨਿਟੀ ਐਕਸੈਪਟ ਕਰ ਰਹੀ ਹੈ ਉਹਨਾਂ ਦੀਆਂ ਡਿਊਟੀਜ਼ ਨੂੰ, ਮੀਨਸ ਜਿਵੇਂ ਬਦਲ ਕੇ ਉਹ ਡਿਊਟੀਜ਼ ਕਰਦੇ ਆ ਉਹਨੂੰ ਐਕਸੈਪਟ ਕਰ ਰਹੀ ਹੈ ਅੱਜ ਕੱਲ੍ਹ। ਫਿਰ ਆਪਾਂ ਇੱਥੇ ਐਗਜ਼ਾਮਪਲ ਦੇ ਦਿੱਤੀ ਟੂ ਐਪੀਟੋਮ। ਪਹਿਲਾਂ ਆਪਾਂ ਲਾਇਆ ਸੀ ਫॉर ਇੰਸਟੈਂਸ, ਹੁਣ ਆਪਾਂ ਇੱਥੇ ਲਗਾ ਲਿਆ ਟੂ ਐਪੀਟੋਮ। An article has been published in renowned newspaper that in Mexican nation society has stamped both gender have identical proficiency to fulfill all responsibilities। एग्जाम्पल 'ਚ ਆਪਾਂ ਕੀ ਕਿਹਾ ਵੀ ਇੱਕ ਆਰਟੀਕਲ ਪਬਲਿਸ਼ ਕੀਤਾ ਗਿਆ ਵਾ ਇੱਕ ਫੇਮਸ ਨਿਊਜ਼ਪੇਪਰ, ਰਿਨਾਊਂਡ ਨਿਊਜ਼ਪੇਪਰ ਦਾ ਮਤਲਬ ਹੁੰਦਾ ਫੇਮਸ ਨਿਊਜ਼ਪੇਪਰ ਵਿੱਚ, ਵੀ ਜਿਹੜੇ ਮੈਕਸੀਕਨ ਨੇਸ਼ਨ ਦੀ ਸੁਸਾਇਟੀ ਹੈ ਨਾ ਉਹਨੇ ਸਟੈਂਪ ਲਾਤੀ ਹੈ ਵੀ ਜਿਹੜੇ ਦੋਨੇ ਜੈਂਡਰ ਆ ਉਹਨਾਂ ਕੋਲ ਆਇਡੈਂਟੀਕਲ ਪ੍ਰੋਫੀਸ਼ੀਐਂਸੀ ਦਾ ਮਤਲਬ ਕਿ ਸੇਮ ਪ੍ਰੋਫੀਸ਼ੀਐਂਸੀ ਆ, ਸੇਮ ਕੁਸ਼ਲਤਾ ਵਾ ਆਪਣੀਆਂ ਰਿਸਪੌਂਸਿਬਿਲਿਟੀਆਂ ਨੂੰ ਪੂਰੀਆਂ ਕਰਨ ਦੇ ਵਿੱਚ। फिर आप रिजल्ट लिखता रिजल्टेंटली दिस डेवलपमेंट प्लमेट डिस्प्यूट्स बिटवीन them and they can sustain prosper existence than past। ਆਪਾਂ कहता ਵੀ ਜਿਹੜੀ ਰਿਜ਼ਲਟ ਇਹਦਾ ਇਹੀ ਆ, ਇਹ ਪੋਜ਼ਿਟਿਵ ਟ੍ਰੈਂਡ ਅਸੀਂ ਕਿਉਂ ਮੰਨਦੇ ਆ ਵੀ ਜਿਹੜੀ ਇਹ ਡਿਵੈਲਪਮੈਂਟ ਆ ਇਹ ਘਟਾਉਂਦੀ ਆ ਝਗੜਿਆਂ ਨੂੰ ਬਿਟਵੀਨ them, ਮੀਨਸ ਬਿਟਵੀਨ them ਦਾ ਮਤਲਬ ਹਸਬੈਂਡ ਐਂਡ ਵਾਈਫ ਦੇ ਵਿੱਚ, ਤੇ ਆਪਣੀ ਉਹ ਪ੍ਰੋਸਪਰ ਇੱਕ ਖੁਸ਼ਹਾਲ ਵਾਲੀ ਜ਼ਿੰਦਗੀ ਨੂੰ ਮੇਨਟੇਨ ਕਰ ਸਕਦੇ। ਸਸਟੇਨ ਹੁੰਦਾ ਮੇਨਟੇਨ, ਪ੍ਰੋਸਪਰ ਮੀਨਸ ਖੁਸ਼ਹਾਲ, ਲਾਈਫ ਨੂੰ ਆਪਾਂ ਕਹਿ ਸਕਦੇ ਐਗਜ਼ਿਸਟੈਂਸ, ਦੈਨ ਪਾਸਟ ਨਾਲੋਂ। ਹੁਣ ਆਪਾਂ ਪੋਜ਼ੀਟਿਵ ਦੇ ਵਿੱਚ 2 ਪੁਆਇੰਟਸ ਕੀ ਮੈਂਸ਼ਨ ਕੀਤੇ ਵੀ ਫਸਟ ਆਪਾਂ ਇਹ ਮੈਂਸ਼ਨ ਕੀਤਾ ਵੀ ਇਹਨਾਂ ਨਾਲ ਕੀ ਆ, ਜੇ ਮਤਲਬ ਹਸਬੈਂਡ ਵਾਈਫ ਆਪਣੇ ਕੰਮਾਂ ਨੂੰ ਐਕਸਚੇਂਜ ਕਰਦੇ ਆ ਤੇ ਉਹਨਾਂ ਨਾਲ ਕੀ ਹੁੰਦਾ ਵਾ, ਮਤਲਬ ਫਾਦਰ ਘਰ ਦਾ ਕੰਮ ਕਰਦੇ ਆ, ਮਦਰਸ ਵਰਕਾਹੋਲਿਕ ਹੁੰਦੀਆਂ, ਉਹਨਾਂ ਦਾ ਬੌਂਡ ਸਟਰੋਂਗ ਹੁੰਦਾ ਵਾ, ਤੇ ਜਿਹੜਾ ਕਿ ਪਾਸਟ ਵਿੱਚ ਪੋਸੀਬਲ ਨਹੀਂ ਸੀਗਾ ਉਹਨਾਂ ਦੀਆਂ ਟ੍ਰੈਡੀਸ਼ਨਲ ਅਜ਼ੰਪਸ਼ਨਸ ਦੇ ਕਰਕੇ। ਫਿਰ ਆਪਾਂ ਐਕਸਪਲੇਨੇਸ਼ਨ ਦੇ ਵੀ ਜਿਹੜੇ ਜਦੋਂ ਸਮਝਦੇ ਆ ਇੱਕ ਦੂਜੇ ਨੂੰ, ਆਪਣੇ ਡਿਫੀਕਲਟ ਜਿਹੜੇ ਕੰਮ ਹੁੰਦੇ ਆ ਇੱਕ ਦੂਜੇ ਦੇ ਉਹਨਾਂ ਨੂੰ ਸਮਝਦੇ ਐਕਸਚੇਂਜ ਕਰਕੇ, ਜਿਹਦੇ ਨਾਲ 'ਚ ਰਿਸਪੈਕਟ ਵੱਧਦੀ ਆ। ਫਿਰ ਆਪਾਂ ਨੈਕਸਟ ਪੁਆਇੰਟ ਦੇਤਾ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਆ ਨਾ ਹਸਬੈਂਡ ਤੇ ਵਾਈਫ ਦੇ ਵਿੱਚ ਇਹ ਵੀ ਖਤਮ ਹੋ ਚੁੱਕਿਆ ਅੱਜ ਕੱਲ੍ਹ, ਕਿਉਂਕਿ ਮਾਡਰਨ ਕਮਿਊਨਿਟੀ ਹੈ ਜਿਹੜੀ ਅਕਸੈਪਟ ਕਰ ਰਹੀ ਉਹਨਾਂ ਦੀ ਅਲਟਰਨੇਟਿਵ ਡਿਊਟੀਜ਼ ਨੂੰ। ਫਿਰ ਆਪਾਂ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਐਗਜ਼ਾਮਪਲ ਦਿੱਤੀ ਆਪਾਂ ਵੀ ਇੱਕ ਆਰਟੀਕਲ ਪਬਲਿਸ਼ ਕੀਤਾ ਗਿਆ ਵਾ ਰਿਨਾਊਂਡ ਨਿਊਜ਼ਪੇਪਰ ਵਿੱਚ, ਜਿਹੜੀ ਮੈਕਸੀਕਨ ਨੇਸ਼ਨ ਦੀ ਸੁਸਾਇਟੀ ਆ ਉਹਨੇ ਸਟੈਂਪ ਲਾਤੀ ਹੈ ਕਿ ਜਿਹੜੇ ਬੋ ਜੈਂਡਰ ਆ ਉਹਨਾਂ ਕੋਲ ਜਿਹੜੀ ਆ ਆਇਡੈਂਟੀਕਲ ਪ੍ਰੋਫੀਸ਼ੀਐਂਸੀ ਮੀਨਸ ਸੇਮ ਜਿਹੜੀ ਕੁਸ਼ਲਤਾ ਵਾ ਆਪਣੀਆਂ ਸਾਰੀਆਂ ਰਿਸਪੌਂਸਿਬਿਲਿਟੀਆਂ ਨੂੰ ਫੁੱਲਫਿਲ ਪੂਰਾ ਕਰਨ ਦੇ ਵਿੱਚ। ਰਿਜ਼ਲਟ ਆਪਾਂ ਕੀ ਲਿਖਦੇ ਜਿਹਦੇ ਨਾਲ ਕੀ ਆ ਇਹ ਉਹਨਾਂ ਦੇ ਝਗੜਿਆਂ ਨੂੰ ਘਟਾਉਂਦਾ ਵਾ ਜਿਹੜੇ ਕਿ ਪਾਸਟ ਵਿੱਚ ਹੁੰਦੇ ਸੀਗੇ। ਫਿਰ ਆਪਾਂ ਕਨਕਲੂਜ਼ਨ ਲਿਖਦਾ। ਕਨਕਲੂਜ਼ਨ ਦੇ ਵਿੱਚ ਕੋਈ ਆਪਾਂ ਐਕਸਟਰਾ ਪੁਆਇੰਟ ਨਹੀਂ ਮੈਂਸ਼ਨ ਕਰਨਾ ਹੁੰਦਾ ਗਾ, ਜਸਟ ਆਪਾਂ ਜੋ ਵੀ ਲਿਖਿਆ ਉਹਦਾ ਕਰਕਸ ਹੀ ਲਿਖਣਾ ਹੁੰਦਾ। ਕਰਕਸ ਦਾ ਮਤਲਬ ਮੀਨਸ ਉਹਦਾ ਨਿਚੋੜ ਲਿਖਣਾ ਹੁੰਦਾ ਵਾ। ਟੂ ਕਨਕਲੂਡ albeit there has become prevalence for fathers staying at homes and being workaholic by mothers, it is a positive from all sides as per above mentioned viewpoints। ਆਪਾਂ कहता ਵੀ ਭਾਵੇਂ albeit ਦਾ ਮਤਲਬ ਹੁੰਦਾ although, ਭਾਵੇਂ ਇਹ there has become prevalence ਵੀ prevalence ਹੋ ਚੁੱਕਿਆ, prevalence ਦਾ ਮਤਲਬ ਆਮ ਹੋ ਚੁੱਕਿਆ ਵਾ ਫਾਦਰਸ ਦੇ ਲਈ ਘਰਾਂ ਵਿੱਚ ਰਹਿਣਾ ਤੇ ਮਦਰਸ ਦੇ ਲਈ ਵਰਕਾਹੋਲਿਕ ਹੋਣਾ, ਪਰ ਆਪਾਂ कहता ਵੀ ਇਹ ਪੋਜ਼ੀਟਿਵ ਹੀ ਆ ਫਰੋਮ ਸਾਰੀਆਂ ਸਾਈਡਸ ਤੋਂ, ਫਰੋਮ ਆਲ ਸਾਈਡਸ ਤੋਂ, ਜਿਵੇਂ ਕਿ ਅਸੀਂ ਅਬਵ ਉੱਪਰ ਮੈਂਸ਼ਨ ਕੀਤਾ ਵਾ। ਹੁਣ ਇਹਦੇ ਵਿੱਚ ਆਪਾਂ ਨੂੰ ਕੀ ਅੰਡਰਸਟੈਂਡ ਹੋਇਆ ਕਿ ਇੱਕ ਡਾਇਰੈਕਟ ਸਟੇਟਮੈਂਟ ਸੀਗੀ ਜਿਹਦੇ ਵਿੱਚ ਆਪਾਂ ਪਹਿਲਾਂ ਰੀਜ਼ਨ ਦੱਸਣਾ ਸੀ। ਇਹਦੇ ਵਿੱਚ ਆਪਾਂ ਇੱਕ ਰੀਜ਼ਨ ਵੀ ਦੱਸ ਸਕਦੇ ਸੀ ਕਿਉਂਕਿ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਰੀਜ਼ਨ ਕਿਹਾ, ਰੀਜ਼ਨਸ ਨਹੀਂ ਕਿਹਾ। ਐਸ ਹੋਵੇ ਉਦੋਂ ਮੈਂਡੇਟਰੀ ਹੁੰਦਾ ਕਿ ਐਟਲੀਸਟ ਆਪਾਂ ਟੂ ਰੀਜ਼ਨਸ ਦਈਏ। ਫਿਰ ਉਹਨਾਂ ਨੇ ਕਿਹਾ ਸੀ ਪੋਜ਼ੀਟਿਵ ਹੈ ਜਾਂ ਨੈਗੇਟਿਵ, ਆਪਾਂ ਪੋਜ਼ੀਟਿਵ ਵਾਲੀ ਸਾਈਡ ਗਏ, ਇਸ ਲਈ ਆਪਾਂ ਨੈਕਸਟ ਵੀ ਪੋਜ਼ੀਟਿਵ ਵਾਲਾ ਕਰਤਾ। फिर आप कंक्लूजन लिखते थे, स्टार्टिंग द इंट्रोडक्शन लिखती।
Hope so you must have understood how can we write effective writing task 2. If you have any kind of difficulty, you can ask me through comments. Thanks for watching my video. Please subscribe and share my channel with your friends and family. Thanks.